बच्चों, अज आपां नैक्सट टॉपिक करन जा रहे हैं रिटायरमेंट डैथ ऑफ द पार्टनर के अंदर ट्रीटमेंट ऑफ गुडविल। हम ट्रीटमेंट ऑफ गुडविल तो आप एडमिशन ऑफ पार्टनर्स भी कीता सी, चेंजिंग इन प्रॉफिट शेयरिंग रेशो दे विच भी कीता सी। उन्हां दे विच ते इदां दे विच इस चैप्टर दे विच थोड़ा जिहा फर्क आ। आपां जल्दी जल्दी रिवाइज कर लीए। जे चेंजिंग इन प्रॉफिट शेयरिंग रेशो दे विच सीगा ਤਾਂ ट्रीटमेंट ऑफ गुडविल की सीगा कि ਜਿਹੜੇ ओल्ड पार्टनर्स ਹੁੰਦੇ ਸੀਗੇ ਉਹ ਕੀ ਕਰਦੇ ਸੀ ਕਿ ਆਪਸ ਦੇ ਵਿੱਚ ਨਿਊ ਰੇਸ਼ੋ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੀ ਚੇਂਜ ਕਰ ਲਈ, ਉਸ ਤੋਂ ਦੁਬਾਰਾ ਮਤਲਬ ਬਿਜ਼ਨਸ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਪੁਰਾਣੀ ਗੁਡਵਿਲ ਆ ਉਹ ਆਪਣੀ ओल्ड ਰੇਸ਼ੋ 'ਚ ਵੰਡ ਲੈਂਦੇ ਸੀਗੇ ਜਾਂ ਫਿਰ ਐਡਜਸਟਮੈਂਟ ਕਰ ਲੈਂਦੇ ਸੀ। ਬਟ ਐਡਮਿਸ਼ਨ ਆਫ ਪਾਰਟਨਰਸ਼ਿਪ ਦੇ ਅੰਦਰ ਜਦੋਂ ਇੱਕ ਨਵਾਂ ਪਾਰਟਨਰ ਆ ਰਿਹਾ ਤਾਂ ਪੁਰਾਣੇ ਪਾਰਟਨਰ ਸੀਗੇ ਉਹ ओल्ड ਰੇਸ਼ੋ 'ਚ ਵੰਡ ਲੈਂਦੇ ਸੀਗੇ। ਕਲੀਅਰ। ਬਟ ਇੱਥੇ ਕੀ ਆ ਦੇਖੋ, ਉਹ ਸੀਗਾ ਕਿ ਐਡਮਿਸ਼ਨ ਆਫ ਪਾਰਟਨਰ ਇੱਕ ਨਵਾਂ ਪਾਰਟਨਰ ਆ ਰਿਹਾ ਸੀਗਾ, ਬਟ ਇਸ ਚੈਪਟਰ ਦੇ ਅੰਦਰ ਕੀ ਹੈ ਕਿ ਇੱਕ ਪਾਰਟਨਰ ਜਾ ਰਿਹਾ ਵਾ। ਦੇਖੋ ਹੁਣ ਇਸ ਚੀਜ਼ ਨੂੰ ਸਮਝੋ, ਦੋਨਾਂ 'ਚ ਫਰਕ ਕੀ ਆ। ਇੱਕ ਐਡਮਿਸ਼ਨ ਆਫ ਪਾਰਟਨਰ 'ਚ ਨਵਾਂ ਪਾਰਟਨਰ ਆ ਰਿਹਾ ਸੀ ਤੇ ਰਿਟਾਇਰਮੈਂਟ ਡੈਥ ਆਫ ਪਾਰਟਨਰ 'ਚ ਮਤਲਬ ਪਾਰਟਨਰ ਜਾ ਰਿਹਾ, ਚਾਹੇ ਉਹਦੀ ਡੈਥ ਹੋ ਗਈ ਚਾਹੇ ਉਹ ਰਿਟਾਇਰ ਹੋ ਗਿਆ, ਵਟਐਵਰ, ਹਨਾ। ਸੋ ਆਉਣ ਤੇ ਜਾਣ 'ਚ ਕੁਛ ਤਾਂ ਫਰਕ ਹੈਗਾ। ਜੇ ਇੱਕ ਬੰਦਾ ਨਵਾਂ ਆਊਗਾ ਆਪਣੇ ਬਿਜ਼ਨਸ ਤਾਂ ਉਹ ਆਪਣੇ ਪ੍ਰੋਫਿਟ ਦਾ ਕੁਛ ਨਾ ਕੁਛ ਹਿੱਸਾ ਲਊਗਾ। ਸੋ ਆਪਾਂ ਉਹਨੂੰ ਕਹਿੰਦੇ ਤੂੰ ਸਾਨੂੰ ਗੁਡਵਿਲ ਜੋ ਸਾਡੀ ਰੈਪੂਟੇਸ਼ਨ ਬਣੀ ਹੋਈ ਆ ਬਿਜ਼ਨਸ ਦੀ, ਤੂੰ ਪ੍ਰੋਫਿਟਸ ਲੈਣੇ ਆ, ਅੱਜ ਤੋਂ ਬਾਅਦ ਸਾਡਾ ਜਿਹੜਾ ਪ੍ਰੋਫਿਟ ਆ ਉਹ ਸ਼ੇਅਰ ਹੋ ਜਾਊਗਾ, ਇਸ ਕਰਕੇ ਤੂੰ ਸਾਨੂੰ ਗੁਡਵਿਲ ਦਾ ਜਿਹੜਾ ਹਿੱਸਾ ਦੇ। ਪਰ ਜਿਹੜਾ ਬੰਦਾ ਜਾ ਰਿਹਾ ਵਾ ਇਨ ਦਾ ਚੈਪਟਰ ਰਿਟਾਇਰਮੈਂਟ ਆਫ ਡੈਥ ਆਫ ਦਾ ਪਾਰਟਨਰ ਦੇ ਅੰਦਰ, ਇੱਕ ਬੰਦਾ ਜਾ ਰਿਹਾ ਤਾਂ ਉਹ ਆਪਣਾ ਹਿੱਸਾ ਤੁਹਾਨੂੰ ਦੇ ਕੇ ਜਾ ਰਿਹਾ ਓਲਡ ਪਾਰਟਨਰਸ ਨੂੰ, ਮਤਲਬ ਜੋ ਰਿਮੇਨਿੰਗ ਪਾਰਟਨਰਸ ਨੇ। ਸੋ ਇੱਥੇ ਕੀ ਆ, ਆਪਾਂ ਗੁਡਵਿਲ ਦਵਾਂਗੇ ਜਿਹੜਾ ਰਿਟਾਇਰ ਹੋ ਰਿਹਾ ਪਰਸਨ ਉਹਨੂੰ, ਕੀ ਤੂੰ ਸਾਡੇ ਲਈ ਆਪਣਾ ਪ੍ਰੋਫਿਟ ਦਾ ਹਿੱਸਾ ਸਾਨੂੰ ਦੇ ਕੇ ਜਾ ਰਿਹਾ। ਇਸ ਕਰਕੇ ਅਸੀਂ ਜਿਹੜੇ ਰਿਮੇਨਿੰਗ ਪਾਰਟਨਰਸ ਆ ਉਹ ਕੀ ਆ, ਕੁਛ ਨਾ ਕੁਛ ਹਿੱਸਾ ਰਿਟਾਇਰਿੰਗ ਪਾਰਟਨਰ ਜਾਂ ਡੈਥ ਆਫ ਪਾਰਟਨਰ ਨੂੰ ਮਤਲਬ ਦਿੰਦੇ ਨੇ, ਪੇ ਆਊਟ ਕਰਦੇ ਨੇ ਜਿਹੜਾ ਪਰਸਨ ਜਾਂਦਾ ਵਾ। ਕਲੀਅਰ ਬੱਚੋ, ਇਹ ਤਾਂ ਸੀਗਾ ਡਿਫਰੈਂਸ। ਹੁਣ ਇੱਥੇ ਸਮਝੋ ਇੱਕ ਹੋਰ ਮੇਜਰ ਗੱਲ ਕਿ ਜਿਹੜਾ ਬੰਦਾ ਆ ਰਿਹਾ ਵਾ ਬਿਜ਼ਨਸ ਦੇ ਅੰਦਰ, ਐਡਮਿਸ਼ਨ ਆਫ ਪਾਰਟਨਰ ਦੀ ਗੱਲ ਕਰ ਰਿਹਾ ਮੈਂ, ਤੁਹਾਨੂੰ ਤਾਂ ਕੰਪੈਰੀਜ਼ਨ ਕਰ ਰਿਹਾ ਤਾਂ ਕਿ ਤੁਹਾਨੂੰ ਕਨਸੈਪਟ ਕਲੀਅਰ ਹੋ ਜੇ। ਜਿਹੜਾ ਬੰਦਾ ਬੱਚੇ ਆ ਰਿਹਾ ਵਾ, ਐਡਮਿਸ਼ਨ ਹੋ ਰਹੀ ਆ, ਉਹ ਤਾਂ ਹਿੱਸਾ ਲਊਗਾ, ਉਹ ਤਾਂ ਹਿੱਸਾ ਲਊਗਾ। ਤੇ ਜਿਹੜੇ ਓਲਡ ਪਾਰਟਨਰਸ ਹੁੰਦੇ ਨੇ ਐਡਮਿਸ਼ਨ ਆਫ ਪਾਰਟਨਰ ਦੇ ਅੰਦਰ, ਮੈਂ ਇੱਥੇ ਸਾਈਡ ਤੇ ਲਿਖ ਕੇ ਤੁਹਾਨੂੰ ਸਮਝਾਉਣਾ ਕਿ ਐਡਮਿਸ਼ਨ ਆਫ ਪਾਰਟਨਰ ਦੇ ਅੰਦਰ ਕੀ ਹੁੰਦਾ ਬੱਚੇ। ਐਡਮਿਸ਼ਨ ਆਫ ਪਾਰਟਨਰ ਦੇ ਅੰਦਰ ਜਿਹੜੇ ਓਲਡ ਪਾਰਟਨਰਸ ਨੇ ਉਹਨਾਂ ਨੂੰ ਕੀ ਕਰਨਾ ਪੈਂਦਾ, ਉਹਨਾਂ ਨੂੰ ਸੈਕਰੀਫਾਈਸ ਕਰਨਾ ਪੈਂਦਾ ਜਦੋਂ ਨਿਊ ਪਾਰਟਨਰ ਐਂਟਰ ਕਰ ਰਿਹਾ ਹੋਵੇ। ਕਲੀਅਰ। ਬਟ ਰਿਟਾਇਰਮੈਂਟ ਤੇ ਡੈਥ ਦੇ ਅੰਦਰ ਕੀ ਹੁੰਦਾ ਬੱਚੇ, ਰਿਟਾਇਰਮੈਂਟ ਔਰ ਡੈਥ, ਇਹਦੇ ਅੰਦਰ ਕੀ ਹੁੰਦਾ, ਜਿਹੜੇ ਰਿਮੇਨਿੰਗ ਪਾਰਟਨਰਸ ਨੇ, ਰਿਮੇਨਿੰਗ ਪਾਰਟਨਰ ਜਿਹੜੇ ਰਹਿ ਗਏ ਬਿਜ਼ਨਸ ਦੇ ਅੰਦਰ, ਉਹ ਕੀ ਉਹਨਾਂ ਨੂੰ ਕੀ ਹੋਊਗਾ। ਹੁਣ ਸਪੋਜ਼ ਕਰੋ A B C ਤਿੰਨ ਪਾਰਟਨਰ ਨੇ, C ਛੱਡ ਕੇ ਚੱਲਿਆ ਤੇ A ਤੇ B ਨੂੰ ਤਾਂ ਬੈਨੀਫਿਟ ਹੀ ਹੋਊਗਾ। ਮੈਂ ਇੱਥੇ ਐਗਜ਼ਾਮਪਲ ਨਾਲ ਸਮਝਾਉਣਾ। 3 ਲੱਖ ਰੁਪਇਆ ਕੰਪਨੀ ਨੂੰ ਪ੍ਰੋਫਿਟ ਹੁੰਦਾ, A B C ਤਿੰਨ ਪਾਰਟਨਰ ਨੇ, ਤਿੰਨਾਂ ਦਾ ਇਕੁਅਲ ਸ਼ੇਅਰ ਆ, ਲੱਖ ਰੁਪਇਆ ਤਿੰਨੇ ਡਿਸਟਰੀਬਿਊਟ ਕਰਦੇ ਨੇ ਪ੍ਰੋਫਿਟ। ਹੁਣ C ਛੱਡ ਕੇ ਚੱਲਿਆ ਤਾਂ ਇਹਦਾ ਜਿਹੜਾ ਪ੍ਰੋਫਿਟ ਦਾ ਹਿੱਸਾ ਨੈਕਸਟ ਟਾਈਮ ਫਿਊਚਰ ਦੇ ਵਿੱਚ ਉਹ ਇਹਨਾਂ ਨੂੰ ਮਿਲੂਗਾ, ਮਤਲਬ ਇਹਨਾਂ ਦਾ ਜਿਹੜਾ ਪ੍ਰੋਫਿਟ ਆ ਉਹ ਇਨਕਰੀਜ਼ ਕਰ ਜੂਗਾ, 1.5 ਲੱਖ ਰੁਪਇਆ ਹੋ ਜੂਗਾ। ਦੈਟ ਮੀਨਸ C ਕੀ ਆ, ਇਹਨਾਂ ਨੂੰ ਕੁਛ ਨਾ ਕੁਛ ਦੇ ਕੇ ਜਾ ਰਿਹਾ ਨਾ ਫਿਊਚਰ ਦੇ ਵਿੱਚ, ਜਿਹੜੇ ਪ੍ਰੋਫਿਟ ਇਹਨਾਂ ਨੇ ਬਣਨੇ ਆ ਇਹਨਾਂ ਨੂੰ ਤਾਂ ਗੇਨ ਹੀ ਹੋ ਰਿਹਾ ਨਾ ਜਿਹੜੇ ਰਿਮੇਨਿੰਗ ਪਾਰਟਨਰ ਨੇ। ਸੋ ਇੱਥੇ ਕੀ ਆ, ਐਡਮਿਸ਼ਨ ਆਫ ਪਾਰਟਨਰ 'ਚ ਸੈਕਰੀਫਾਈਸ ਹੁੰਦਾ ਸੀ, ਇਹਦੇ ਵਿੱਚ ਗੇਨਿੰਗ ਹੁੰਦਾ ਵਾ। ਇਹਦੇ ਵਿੱਚ ਪਾਰਟਨਰਸ ਨੂੰ ਕੀ ਆ, ਗੇਨ ਹੁੰਦਾ ਜਿਹੜੇ ਰਿਮੇਨਿੰਗ ਪਾਰਟਨਰਸ ਨੇ। ਬਸ ਇਹੀ ਫਰਕ ਆ। ਇੱਥੇ ਜਿਹੜੀ ਗੁਡਵਿਲ ਆ ਉਹ ਸੈਕਰੀਫਾਈਸ ਰੇਸ਼ੋ ਦੇ ਉੱਪਰ ਮਤਲਬ ਕੈਲਕੂਲੇਟ ਕੀਤੀ ਜਾਂਦੀ ਸੀਗੀ ਕਿ ਜਿਹੜੇ ਪਾਰਟਨਰ ਸੈਕਰੀਫਾਈਸ ਕਰੇ ਅਸੀਂ ਉਹਨਾਂ ਨੂੰ ਗੁਡਵਿਲ ਦਾ ਕੁਛ ਨਾ ਕੁਛ ਹਿੱਸਾ ਜਿਹੜਾ ਨਵਾਂ ਪਾਰਟਨਰ ਹੈ ਉਹ ਦਊਗਾ। ਇੱਥੇ ਕੀ ਆ, ਜਿਹੜੇ ਰਿਮੇਨਿੰਗ ਪਾਰਟਨਰਸ ਨੇ ਜਿਨ੍ਹਾਂ ਨੂੰ ਫਾਇਦਾ ਹੋਊਗਾ, ਜਿੰਨਾ ਫਾਇਦਾ ਹੋਊਗਾ ਉਨੀ ਉਹ ਗੁਡਵਿਲ ਜਿਹੜਾ ਰਿਟਾਇਰ ਹੋ ਰਿਹਾ ਪਾਰਟਨਰ ਉਹਨੂੰ ਦੇ ਕੇ ਭੇਜਣਗੇ। ਬਸ ਇਹ ਗੱਲ ਯਾਦ ਰੱਖਿਓ। ਮੈਂ ਰਿਪੀਟ ਕਰ ਦਿੰਦਾ, ਰਿਟਾਇਰਮੈਂਟ ਦੇ ਅੰਦਰ ਕੀ ਹੁੰਦਾ ਵਾ, ਜਿੰਨਾ ਬੈਨੀਫਿਟ ਹੋਊਗਾ ਇੱਕ ਪਾਰਟਨਰ ਦੇ ਜਾਣ ਦੇ ਨਾਲ, ਜਿਹੜੇ ਰਿਮੇਨਿੰਗ ਪਾਰਟਨਰਸ ਨੇ ਉਹਨਾਂ ਨੂੰ ਉਹ ਉਨਾ ਹਿੱਸਾ ਆਪਦਾ, ਜਿੰਨਾ ਗੇਨ ਹੋਇਆ ਉਨਾ ਹਿੱਸਾ ਗੁਡਵਿਲ ਦਾ ਜਿਹੜਾ ਰਿਟਾਇਰ ਪਾਰਟਨਰ ਉਹਨੂੰ ਕੁਛ ਨਾ ਕੁਛ ਹਿੱਸਾ ਦੇ ਕੇ ਭੇਜਣਗੇ। ਕਲੀਅਰ ਬੱਚੋ।
ਹੁਣ ਆ ਜੋ ਕਿ ਟ੍ਰੀਟਮੈਂਟ ਆਫ ਗੁੱਡਵਿਲ ਹੋਊਗੀ ਕਿਵੇਂ। ਤਿੰਨ ਪਾਰਟਸ 'ਚ ਆਪਾਂ ਗੱਲ ਕਰਾਂਗੇ। ਵੈਨ ਦਾ ਗੁੱਡਵਿਲ ਅਪੀਅਰ ਇਨ ਦਾ ਬੁੱਕਸ, ਇਹ ਆਪਾਂ ਆਲਰੇਡੀ ਕੀਤਾ ਹੋਇਆ, ਸਾਰੇ ਕੀਤੇ ਹੋਇਆ। ਵੈਨ ਦਾ ਗੁੱਡਵਿਲ ਨਾਟ ਅਪੀਅਰ ਇਨ ਦਾ ਬੁੱਕਸ ਤੇ ਇੱਕ ਹਿਡਨ ਗੁੱਡਵਿਲ, ਇਹ ਛੋਟਾ ਜਿਹਾ ਕਨਸੈਪਟ ਆ, ਧਿਆਨ ਨਾਲ ਸਮਝੋ। ਵੈਨ ਅਪੀਅਰ ਇਨ ਦਾ ਬੁੱਕਸ ਇਹਦਾ ਮਤਲਬ ਕੀ ਆ ਕਿ ਗੁੱਡਵਿਲ ਆ ਜਿਹੜੀ ਆਪਾਂ ਨੂੰ ਬੈਲੈਂਸ ਸ਼ੀਟ ਦੇ ਅੰਦਰ ਗਿਵਨ ਆ। ਯਾਦ ਰੱਖਿਓ, ਬੈਲੈਂਸ ਸ਼ੀਟ ਦੇ ਅੰਦਰ ਵੀ ਗਿਵਨ ਹੁੰਦੀ ਆ, ਬਾਹਰ ਵੀ ਗਿਵਨ ਹੁੰਦੀ ਆ ਜਦੋਂ ਫਰਮ ਦੇ ਵਿੱਚ ਚੇਂਜਸ ਹੁੰਦੇ ਆ, ਇਹਦਾ ਐਡਮਿਸ਼ਨ ਔਰ ਰਿਟਾਇਰਮੈਂਟ। ਠੀਕ ਹੈ ਬੱਚੇ, ਜੇ ਆਪਾਂ ਨੂੰ ਬੁੱਕਸ ਦੇ ਅੰਦਰ ਗਿਵਨ ਆ ਤਾਂ ਉਹਨੂੰ ਕਹਿੰਦੇ ਆ ਵੈਨ ਅਪੀਅਰ ਗੁੱਡਵਿਲ ਅਪੀਅਰ ਇਨ ਦਾ ਬੁੱਕਸ ਆਫ ਅਕਾਊਂਟ। ਜੇ ਆਪਾਂ ਨੂੰ ਗੁੱਡਵਿਲ ਬੈਲੈਂਸ ਸ਼ੀਟ ਦੇ ਅੰਦਰ ਨਹੀਂ ਗਿਵਨ ਤਾਂ ਉਹਨੂੰ ਕਹਿੰਦੇ ਆ ਵੈਨ ਨਾਟ ਅਪੀਅਰ ਇਨ ਦਾ ਬੁੱਕਸ। ਕਲੀਅਰ, ਇਹਨਾਂ ਦਾ ਕਨਸੈਪਟ ਸਮਝੋ। ਜਦੋਂ ਬੈਲੈਂਸ ਸ਼ੀਟ 'ਚ ਨਹੀਂ ਗੀ, ਜਦੋਂ ਬੈਲੈਂਸ ਸ਼ੀਟ 'ਚ ਹੈਗੀ ਆ, ਬੈਲੈਂਸ ਸ਼ੀਟ 'ਚ ਨਹੀਂ ਗੀ। ਤੇ ਹਿਡਨ ਗੁੱਡਵਿਲ ਮਤਲਬ ਆਪਾਂ ਨੂੰ ਸਪੈਸੀਫਾਈਡ ਨਹੀਂ ਕੀਤਾ ਹੁੰਦਾ, ਕਲੀਅਰ ਕੱਟ, ਸੋ ਆਪਾਂ ਨੂੰ ਫਾਈਂਡ ਆਊਟ ਕਰਨੀ ਪੈਂਦੀ ਹੈ। ਠੀਕ ਹੈ ਜੀ, ਉਹ ਆਪਾਂ ਕਰਾਂਗੇ। ਸੋ ਇਹ ਤਿੰਨੇ ਮੈਥਡਸ ਦੇ ਨਾਲ ਆਪਾਂ ਟ੍ਰੀਟਮੈਂਟ ਆਫ ਗੁੱਡਵਿਲ ਨੂੰ ਸਮਝਾਂਗੇ ਤੇ ਦੈਨ ਉਹਦੇ ਅੰਦਰ ਅਕਾਊਂਟਸ 'ਚ ਕਿਵੇਂ ਐਡਜਸਟਮੈਂਟ ਹੁੰਦੀ ਆ ਫਿਰ ਉਹ ਵੀ ਕਰਾਂਗੇ। ਕਲੀਅਰ, ਲੈਟਸ ਸਟਾਰਟ ਵਿਦ ਦਾ ਵੈਨ ਗੁੱਡਵਿਲ ਅਪੀਅਰ ਇਨ ਦਾ ਬੁੱਕਸ ਆਫ ਅਕਾਊਂਟਸ, ਮਤਲਬ ਜਦੋਂ ਆਪਾਂ ਨੂੰ ਗੁੱਡਵਿਲ ਬੈਲੈਂਸ ਸ਼ੀਟ ਦੇ ਅੰਦਰ ਗਿਵਨ ਹੋਵੇ। ਸੋ ਆਪਾਂ ਇਸ ਚੀਜ਼ ਨੂੰ ਐਗਜ਼ਾਮਪਲ ਦੇ ਰਾਹੀਂ ਇੱਕ ਸਮਝਣ ਦੀ ਕੋਸ਼ਿਸ਼ ਕਰਾਂਗੇ, ਤਿੰਨੇ ਸਟੈਪਸ ਨੂੰ। ਕਲੀਅਰ ਬੱਚੇ, ਸਟਾਰਟ ਕਰਦੇ ਹਾਂ ਫਸਟ ਵਨ ਵਿਦ ਐਗਜ਼ਾਮਪਲ। ਸੋ ਬੱਚਿਓ, ਆਪਾਂ ਇੱਕ ਕੁਐਸਚਨ ਲਿਆ, ਐਗਜ਼ਾਮਪਲ ਸਮਝ ਲਈਏ ਕਿ X, Y, Z ਆਰ ਪਾਰਟਨਰਸ ਤੇ ਉਹਨਾਂ ਦੀ ਪ੍ਰੋਫਿਟ ਸ਼ੇਅਰਿੰਗ ਇਸ਼ੂ ਸੀਗੀ 2, 3, 5। ਬਟ ਹੋਇਆ ਕਿ ਗੁੱਡਵਿਲ ਜੋ ਮਤਲਬ ਜਦੋਂ ਪਾਰਟਨਰ ਰਿਟਾਇਰ ਹੋ ਰਿਹਾ, ਗੁੱਡਵਿਲ ਅਪੀਅਰ ਇਨ देयर ਬੁੱਕਸ ਮਤਲਬ 50,000। ਵੈਨ ਦਾ ਅਪੀਅਰ ਇਨ ਦਾ ਬੁੱਕਸ ਆਪਾਂ ਉਹੀ ਹੈਡਿੰਗ ਕਰ ਰਹੇ ਤਾਂ ਉਹਨਾਂ ਨੇ ਦੱਸਤਾ ਕਿ ਗੁੱਡਵਿਲ ਅਪੀਅਰ ਇਨ देयर ਬੁੱਕਸ 50,000। X ਰਿਟਾਇਰ ਹੋਣ ਲੱਗਿਆ, ਜਿਸ ਟਾਈਮ X ਰਿਟਾਇਰ ਹੋਣ ਲੱਗਿਆ ਉਸ ਟਾਈਮ ਗੁੱਡਵਿਲ ਜਿਹੜੀ ਆ ਉਹ 45,000 ਦੀ ਸੀਗੀ। ਸੋ ਬੱਚਾ ਇੱਥੇ ਮੈਂ ਕੁਐਸਚਨ ਲਿਖਿਆ ਹੋਇਆ, ਬਟ ਇਸ ਚੀਜ਼ ਨੂੰ ਸਮਝੋ ਕਿ ਆ ਜਿਹੜੀ ਗੁੱਡਵਿਲ ਲਿਖੀ ਹੈ ਨਾ 50,000 ਰੁਪਏ, ਗੁੱਡਵਿਲ ਅਪੀਅਰ ਇਨ ਦਾ ਬੁੱਕਸ ਆਫ ਅਕਾਊਂਟ, ਦੈਟ ਮੀਨਸ ਗੁੱਡਵਿਲ ਆ ਜਿਹੜੀ ਉਹ ਬੈਲੈਂਸ ਸ਼ੀਟ ਦੇ ਅੰਦਰ ਆਪਾਂ ਨੂੰ ਗਿਵਨ ਆ, ਇੱਥੇ ਲਿਖੀ ਹੋਈ ਆ ਗੁੱਡਵਿਲ 50,000 ਦੀ ਹੁੰਦੀ ਹੈ। ਇਹ ਤਾਂ ਸਟੇਟਮੈਂਟ ਲਿਖੀ ਆ, ਬਟ ਜੇ ਤੁਸੀਂ ਪ੍ਰੈਜ਼ੈਂਟਲੀ ਇਹਨੂੰ ਅਕਾਊਂਟਿੰਗ ਦੇ ਨਾਲ ਸਮਝੋ ਤਾਂ ਅਕਾਊਂਟਸ ਦੇ ਵਿੱਚ ਇਦਾਂ ਹੁੰਦੀ ਹੈ, ਬੈਲੈਂਸ ਸ਼ੀਟ ਦੇ ਅੰਦਰ ਗੁੱਡਵਿਲ ਲਿਖ ਕੇ 50,000 ਰੁਪਏ ਲਿਖਿਆ ਹੋਊਗਾ। ਤੇ ਕਹਿੰਦਾ ਜਦੋਂ X ਰਿਟਾਇਰ ਹੋ ਰਿਹਾ ਸੀਗਾ ਉਸ ਟਾਈਮ ਜਿਹੜੀ ਫਰਮ ਦੀ ਗੁੱਡਵਿਲ ਸੀਗੀ ਉਹ 45,000 ਸੀਗੀ ਤੇ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਜਿਹੜੀ Y ਤੇ Z ਨੇ ਡਿਸਾਈਡ ਕੀਤਾ ਹੋਊਗੀ, ਕੀਤੀ ਆ ਬੱਚੇ ਇਕੁਅਲੀ। ਕਲੀਅਰ, ਸੋ ਫਿਊਚਰ ਦੇ ਵਿੱਚ ਕੀ ਉਹਨਾਂ ਨੇ ਇਕੁਅਲੀ ਕਰਨਾ। ਸੋ ਸਭ ਤੋਂ ਪਹਿਲਾ ਸਟੈਪ ਕੀ ਹੋਊਗਾ ਬੱਚੇ, ਉਹ ਯਾਦ ਰੱਖਿਓ, ਸੈਕਰੀਫਾਈਸਿੰਗ ਗੇਨਿੰਗ ਰੇਸ਼ੋ ਕੱਢਣਾ ਸਿਰਫ ਆਪਾਂ ਗੁੱਡਵਿਲ ਤੱਕ ਮਤਲਬ ਆ ਕਿ ਆਪਾਂ ਗੁੱਡਵਿਲ ਦੀ ਟ੍ਰੀਟਮੈਂਟ ਕਿਵੇਂ ਕਰਨੀ ਹੈ। ਇਸ ਤੋਂ ਇਲਾਵਾ ਇਹਦੀ ਕੋਈ ਬੈਨੀਫਿਟ ਨਹੀਂਗਾ। ਇਸ ਤੋਂ ਇਲਾਵਾ ਜੋ ਵੀ ਐਡਜਸਟਮੈਂਟਸ ਹੁੰਦੀਆਂ ਜਾਂ ਤਾਂ 올ਡ ਰੇਸ਼ੋ 'ਚ ਹੁੰਦੀਆਂ ਜਾਂ ਫਿਰ ਨਿਊ ਰੇਸ਼ੋ 'ਚ ਹੁੰਦੀਆਂ। ਕਲੀਅਰ, ਸੋ ਹੁਣ ਆਪਾਂ ਨੂੰ ਗੁੱਡਵਿਲ ਦੀ ਗੱਲ ਕਰ ਰਹੇ ਹਾਂ, ਉਹਦੀ ਟ੍ਰੀਟਮੈਂਟ ਦੀ ਗੱਲ ਕਰ ਰਹੇ ਹਾਂ। ਸੋ ਆਪਾਂ ਨੂੰ ਸੈਕਰੀਫਾਈਸਿੰਗ ਗੇਨਿੰਗ ਕੈਲਕੂਲੇਟ ਕਰਨਾ ਪੈਣਾ ਔਰ ਸੈਕਰੀਫਾਈਸਿੰਗ ਗੇਨਿੰਗ ਦਾ ਫਾਰਮੂਲਾ ਇੱਕੋ ਹੀ ਫਾਰਮੂਲਾ ਯਾਦ ਰੱਖੋ, 올ਡ ਮਾਈਨਸ ਨਿਊ। 올ਡ ਕਿੰਨੀ ਸੀਗੀ ਆਪਾਂ ਕਰਨੀ ਆ Y ਦੀ, X ਦਾ ਮਤਲਬ ਨਹੀਂ ਆਪਾਂ ਨੂੰ X ਦਾ ਰਿਟਾਇਰ ਹੋ ਗਿਆ ਹੈ ਨਾ। Y ਦੀ ਕਿੰਨੀ ਆ 3/10 ਮਾਈਨਸ ਨਿਊ ਕਿੰਨੀ ਆ ਇਕੁਅਲੀ ਮੀਨਸ ਹਾਫ, ਦੋਨਾਂ ਪਾਰਟਨਰਸ ਚ ਕੀ ਆ ਇਕੁਅਲੀ ਹੋ ਜੂਗੀ। ਕਲੀਅਰ, ਇਦਾਂ ਹੀ ਤੁਸੀਂ Z ਦੀ ਲਿਖ ਲਓ, Z ਪਾਰਟਨਰ ਦੀ ਕਿੰਨੀ ਆ ਜੂਗੀ 5 올ਡ 5/10 ਮਾਈਨਸ ਨਿਊ ਕਿੰਨੀ ਆ 1/2। ਸੋ ਜੇ ਤੁਸੀਂ ਇਹਨੂੰ ਸੋਲਵ ਕਰੋਗੇ, ਆਪਾਂ 1 by 1 ਦੋਨਾਂ ਨੂੰ ਸੋਲਵ ਕਰਦੇ ਤੇ ਦੇਖਦਾ ਕਿਹਨੂੰ ਗੇਨ ਹੁੰਦਾ ਕਿਹਨੂੰ ਸੈਕਰੀਫਾਈਸ ਹੁੰਦਾ। ਹਾਂਜੀ ਬੱਚੇ, ਜੋ ਤੁਸੀਂ ਇਹਨੂੰ ਕੈਲਕੂਲੇਟ ਕਰੋਗੇ 올ਡ ਮਾਈਨਸ ਨਿਊ 3/10 ਮਾਈਨਸ 1/2, ਸੋ ਤੁਸੀਂ ਐਲਸੀਐਮ ਲੈ ਕੇ ਦੇਖੋਗੇ ਤਾਂ ਆ ਜਾਊਗਾ 4/20 ਔਰ ਇੱਧਰ ਇਹਦਾ ਐਲਸੀਐਮ ਲੈ ਕੇ ਕਰੋਗੇ ਤਾਂ ਇਹ 0/20 ਆ ਜਾਊਗਾ। 0/20 ਨੂੰ ਪਹਿਲਾਂ ਕਰਦੇ ਆ, ਦੈਟ ਮੀਨਸ ਜਿਹਦਾ 0 ਆ ਦੈਟ ਮੀਨਸ ਨਾ ਤਾਂ ਉਹਨੂੰ ਗੇਨ ਹੋ ਰਿਹਾ, ਨੋ ਗੇਨ ਔਰ ਨੋ ਲਾਸ, ਨਾ ਤਾਂ ਉਹਨੂੰ ਫਾਇਦਾ ਹੋ ਰਿਹਾ ਐਕਸ ਪਾਰਟਨਰ ਦੇ ਜਾਣ ਨਾਲ, ਨਾ ਉਹਨੂੰ ਨੁਕਸਾਨ ਹੋ ਰਿਹਾ। ਕਲੀਅਰ ਬੱਚੇ, ਨੋ ਗੇਨ ਔਰ ਲਾਸ। ਠੀਕ ਹੈ ਜੀ, ਮਤਲਬ ਸੈਕਰੀਫਾਈਸ ਵੀ ਨਹੀਂ ਕਰ ਰਿਹਾ। ਠੀਕ ਹੈ ਜੀ, ਕੁਛ ਨਹੀਂ ਹੋ ਰਿਹਾ ਉਹਨੂੰ, ਨੋ ਸੈਕਰੀਫਾਈਸ ਨੋ ਗੇਨ। ਹੁਣ 올ਡ ਦੇਖੋ ਆਹ ਚੀਜ਼ ਪਹਿਚਾਨਣੀ ਆਉਂਦੀ ਹੋਊ, ਹੁਣ ਤਾਂ ਮੈਂ ਐਕਸਪੈਕਟ ਕਰ ਰਿਹਾ। ਦੇਖੋ 올ਡ ਮਾਈਨਸ ਨਿਊ ਸੀਗਾ ਤਾਂ 올ਡ ਦੀ ਵੈਲਿਊ ਆ ਨਿਊ ਦੀ ਵੈਲਿਊ ਮੀਨਸ ਜਿਹੜਾ ਉਹਨੂੰ 4 ਆ ਉਹ ਗਿਆ ਗੇਨ ਹੋ ਰਿਹਾ। ਆਪਾਂ ਇਹਨੂੰ ਹੋਰ ਸਮਾਲ ਲੈਟਰਸ ਕਰ ਲੈਂਦੇ ਆ, ਜੇ ਤੁਸੀਂ ਇਹਨੂੰ ਕਰਨਾ ਚਾਹੋ 5 4 ਜਾਂ 20 ਮੀਨਸ 1/5, ਇਹਨੂੰ ਕੀ ਹੋ ਰਿਹਾ ਗੇਨ ਹੋ ਰਿਹਾ। ਕਲੀਅਰ ਬੱਚੇ, 1/5 ਕੀ ਆ Y ਪਾਰਟਨਰ ਨੂੰ ਕੀ ਆ ਗੇਨ ਹੋ ਰਿਹਾ। ਮੀਨਸ ਇਹਨੂੰ ਤੁਸੀਂ ਸੋਲਵ ਕਰਕੇ ਦੇਖੋਗੇ ਤਾਂ ਇਹਦੀ ਗੇਨਿੰਗ ਰੇਸ਼ੋ ਆ ਜੂਗੀ। ਕਿਹਦੀ ਆਈ ਆ ਸਿਰਫ Y ਪਾਰਟਨਰ ਦੀ ਆਈ ਆ, Z ਨੂੰ ਨਾ ਤਾਂ ਫਾਇਦਾ ਹੋ ਰਿਹਾ ਨਾ ਨੁਕਸਾਨ ਹੋ ਰਿਹਾ। ਬਸ ਹੁਣ ਕੀ ਆਪਾਂ ਇਹਦੀ ਐਡਜਸਟਮੈਂਟ ਕਰਨੀ ਹੈ।
एडजस्टमेंट करने का तरीका समझो बच्चों। सब तो इंपॉर्टेंट गल इहदे अंदर देखो, सब तो पहला जी गुड्स वैल्यूड अपीयर इन द बुक्स, मैं इत्थे दोबारा लिख रहा वैल्यू अपीयर इन बुक्स कितनी है बच्चे 50,000 रुपया। जेड़ी बच्चे पुरानी आ एक पुरानी गुडविल आ जेड़ी ए बैलेंस शीट दे अंदर दित्ती हुंदी है ओहदी गल कर रहा। जेड़ी बैलेंस शीट दे अंदर 50,000 रुपया अपन दिता वा उस टाइम पार्टनर सीगा, उसने मेहनत की हुई ये गुडविल कमाई हुई वट एवर ये ओहदी गुडविल आ कमाई हुई मीनस ये जदों बिजनेस चल रहा सीगा। अच्छा एक चीज होर इत्थे क्लीयर करदा मैं तुहानूं, जेड़ी बैलेंस शीट दे अंदर गुडविल हुंदी है ओह हुंदी की आ असल दे विच बच्चे। जे सपोज को एक बंदा नवा बिजनेस चला रहा, उन्हें नवा बिजनेस चला के अपनी रेपूटेशन खुद बनाई आ, वो कदे भी गुडविल आ जिहड़ी वो बिजनेस के अंदर बैलेंस शीट च नहीं शो की जाती। याद रखियो, मतलब मैं कह रहा मेरे मैं खुद बिजनेस स्टार्ट किया सी ते मेरे अज दी बिजनेस की जिहड़ी गुडविल आ 5 लाख रुपया, तो 5 लाख मैं बैलेंस शीट च नहीं शो कर सकता। बट जे मैं ਉਹੀ गुडविल कितों परचेज की होवे, मतलब मैं अपना बिजनेस जिहड़ा किसी तो परचेज किया होवे 2 लाख रुपया उन्होंने दिता होवे ते विच ਉਹਦੇ ਜਿਹੜਾ स्टॉक ਸੀਗਾ ਉਹਦਾ ਅਸਲ ਚ ਬਿਜ਼ਨਸ ਸੀਗਾ 3 ਲੱਖ ਰੁਪਏ ਦਾ, ਮੈਂ ਉਹਨੂੰ 5 ਲੱਖ ਦਾ ਦਿੱਤਾ ਹੋਵੇ ਤੇ 2 ਲੱਖ ਜਿਹੜਾ ਮੈਂ ਐਕਸਟਰਾ ਦਿੱਤਾ ਨਾ, ਉਹ ਜਿਹੜੀ ਗੁੱਡਵਿਲ ਆ ਨਾ ਉਹ ਇੱਥੇ ਸ਼ੋ ਕੀਤੀ ਜਾਂਦੀ ਕਿ ਮੈਂ ਗੁੱਡਵਿਲ परचेज की हुई गुडविल बैलेंस शीट दिखाई जाती है। खत्म गल क्लीयर। सो ये जस्ट समझने लिए सीगा कॉन्सैप्ट। हुण आ जाओ इत्थे बैक टू वर्क कि जिहड़ी वैल्यू अपीयर इन द बुक्स 50,000 रुपया वा ਇਹ ਕੀ ਆਪਣੀ ਜਿਹੜੀ ओल्ड गुडविल ਹੁੰਦੀ ਆ मतलब बुक्स ਦੇ ਵਿੱਚ अपीयर ਹੁੰਦੀ ਆ ਉਸ ਚੀਜ਼ ਨੂੰ ਆਪਾਂ ਸਿੰਪਲੀ ओल्ड रेशो ਦੇ ਵਿੱਚ ਤਿੰਨੇ ਪਾਰਟਨਰਸ ਦੇ ਵਿੱਚ ਡਿਸਟ੍ਰੀਬਿਊਟ ਕਰ ਦੇਣਾ ਬਿਨਾਂ ਕਿਸੇ ਰੌਲਾ ਰੱਪਾ ਪਾਏ, ਬਿਨਾਂ ਕਿਸੇ ਦੇਖੇ ਕਿ ਕਿਹੜਾ ਬੰਦਾ ਰਿਟਾਇਰ ਹੋ ਰਿਹਾ। सो ओल्ड रेशो च बन देना, मैं इत्थे लिख देना कि ओल्ड रेशो दे विच डिस्ट्रीब्यूट कर देना बिफोर आपां ये देखे कि रिटायर किहड़ा हो रहा या नहीं। क्लीयर। सो ओल्ड रेशो की आ 2 3 5 और इहदी एंट्री की होगी आपां राइट ऑफ करनी है। राइट ऑफ दी एंट्री की हुंदी आ कि एक्स की कैपिटल ये आपां कर चुके हैं, वाई दी कैपिटल और जेड दी कैपिटल। क्लीयर बच्चे। टू गुडविल ये आप ऑलरेडी की हुई है, कोई नहीं मतलब जी पुरानी गुडविल होंगी है आप राइट ऑफ कर दें पार्टनर्स दे विच। मैं इत्थे लिख देना रिटर्न ऑफ कर दें। क्लीयर। सो किन्नी किन्नी आऊगी रेशो अपने को हैगी है 2 3 5 मीनस 2/10 मीनस पहले दी आ जाऊगी 10,000 रुपया, ये तुसीं कैलकुलेट कर लो। दूसरे दी आ जाऊगी 15,000 रुपया और तीसरे दी आ जाऊगी 25,000 रुपया और टोटल गुडविल कितनी है 50,000। ये सिंपल ही कैलकुलेट हो जाऊगी। मैं इत्थे लिख देना 50,000 गुणा 2/10 अगेन 50,000 गुणा 3/10 सो 50,000 गुणा 5/10 ये तुसीं कर लोगे। क्लीयर। वैल्यू अपीयर इन द बुक्स 50,000 रुपया। बट एक होर गुडविल है जो पर्सन रिटायर हो रहा 45,000 रुपया। इस चीज नूं ध्यान रखियो, आ जिहड़ा 45,000 रुपया आपां नूं एट द टाइम ऑफ द रिटायरमेंट और एट द टाइम ऑफ द डेथ होवे ਜਿਹੜਾ ਆਪਾਂ ਨੂੰ ਗੁਡਵਿਲ ਦਿੱਤੀ ਹੋਵੇ ਬੱਚੇ ਉਹਦੀ ਐਡਜਸਟਮੈਂਟ ਆਪਾਂ ਸਿਰਫ ਸੈਕਰੀਫਾਈਸ ਤੇ ਗੇਨਿੰਗ ਰੇਸ਼ੋ ਨਾਲ ਹੀ ਕਰਨੀ ਆ। ਜਦੋਂ ਬੰਦਾ ਰਿਟਾਇਰ ਹੋ ਰਿਹਾ ਉਸ ਟਾਈਮ ਜਿਹੜੀ ਫਰਮ ਦੀ ਵੈਲਿਊ ਸੀਗੀ ਹਨਾ ਉਹਦੇ ਵਿੱਚੋਂ ਜਿਹੜਾ ਰਿਟਾਇਰ ਹੋ ਰਿਹਾ ਨਾ ਬੰਦਾ ਉਹ ਸਿਰਫ ਉਹਦੀ ਗੁਡਵਿਲ ਜਿਹੜੀ ਆਪਾਂ ਉਹਨੂੰ ਪੇ ਆਊਟ ਕਰਨੀ ਆ। ਆ ਤਾਂ ਪੁਰਾਣੀ ਆ, ਇਹ ਤਾਂ ਸਾਰਿਆਂ 'ਚ ਡਿਸਟ੍ਰੀਬਿਊਟ ਹੋਊਗੀ। ਜਦੋਂ ਬੰਦਾ ਰਿਟਾਇਰ ਹੋ ਰਿਹਾ ਉਸ ਟਾਈਮ ਦੀ ਫਰਮ ਦੀ ਗੁਡਵਿਲ ਆ ਜਿਹੜੀ ਉਹ ਆਪਾਂ ਕੀ ਕਰਨੀ ਆ। ਹੁਣ ਐਕਸ ਆ ਜਿਹੜਾ ਰਿਟਾਇਰ ਹੋ ਰਿਹਾ ਤਾਂ एक्स ਨੂੰ ਆਪਾਂ ਨੂੰ ਪੇ ਆਊਟ ਕਰਨੀ ਪਊਗੀ ਵੀ ਆ ਚੱਕ ਤੂੰ ਆਪਣਾ ਹਿੱਸਾ ਲੈ ਜਾ। ਹੁਣ ਹਿੱਸਾ ਕਿੰਨਾ ਵਾ ਟੋਟਲ ਗੁਡਵਿਲ ਕਿੰਨੀ ਹੈ ਐਟ ਦਾ ਟਾਈਮ ਆਫ ਰਿਟਾਇਰਮੈਂਟ ਬੱਚੇ ਐਟ ਦਾ ਟਾਈਮ ਆਫ ਰਿਟਾਇਰਮੈਂਟ ਟਾਈਮ ਆਫ ਰਿਟਾਇਰਮੈਂਟ ਕਿਹਦੀ ਬੱਚੇ एक्स ਦੀ। एक्स ਦੇ ਟਾਈਮ ਕਿੰਨੀ ਸੀਗੀ ਗੁਡਵਿਲ 45,000 ਰੁਪਏ। ਕਲੀਅਰ ਬੱਚੇ। जे 45,000 रुपया गुडविल सी तां उस दे विचों जेड़ी एक्स दा कितना हिस्सा सी। सो आपां एक्स दा इत्थे हिस्सा देखना। एक्स दा कितना हिस्सा सी बच्चे एक्स दी जिन्नी रेशियो सी उन्ना ही हिस्सा होगा ना 2/10। सो एक्स दा कितना हिस्सा सी 2/10। 2/10 करोगे तां मीनस एक्स दा हिस्सा 9,000 सी।
ਹੁਣ ਇਹ 9000 x ਰਿਟਾਇਰ ਹੋ ਰਿਹਾ ਤਾਂ ਉਹਨੂੰ ਪੇ ਆਊਟ ਕਰਨਾ ਪੈਣਾ, ਉਹਨੂੰ ਦੇਣਾ ਪੈਣਾ। ਹੁਣ ਇਹ ਕੌਣ ਦਊਗਾ ਬੱਚੇ? ਉਹੀ ਦਊਗਾ ਨਾ ਜਿਹਨੂੰ ਗੇਨ ਹੋ ਰਿਹਾ। ਕਲੀਅਰ ਬੱਚੇ? ਸੋ ਗੇਨ ਕਿਹਨੂੰ ਹੋ ਰਿਹਾ? y ਨੂੰ। z ਨੂੰ ਤਾਂ ਹੋ ਨਹੀਂ ਰਿਹਾ ਕੁਝ ਵੀ ਨਹੀਂ, ਨੋ ਗੇਨ ਔਰ ਨੋ ਸੈਕਰੀਫਾਈਸ। ਸੋ y ਨੂੰ ਕੀ ਆ? ਗੇਨ ਹੋ ਰਿਹਾ ਕਿੰਨਾ? 1/5। ਸੋ ਜਿਹੜਾ y ਪਾਰਟਨਰ ਆ ਉਹ ਪੇ ਕਰੂਗਾ। ਹੁਣ ਪੇ ਕਰਨ ਦੇ ਵਿੱਚ ਕੀ ਆ ਬੱਚੇ? ਮੈਂ ਸਪੋਜ਼ ਕਰੋ ਕਿ ਆਪਾਂ ਕਨਫਿਊਜ਼ ਹੋ ਗਏ ਕਿ ਹੁਣ y ਨੇ ਪੇ ਕਰਨਾ, ਕੈਪੀਟਲ ਡੈਬਿਟ ਕਿੱਧਰ ਹੋ? x ਹੋਊਗਾ ਜਾਂ y ਹੋਊਗਾ, ਹਨਾ। ਹੁਣ ਇਹਨਾਂ ਦੋਨਾਂ ਚ ਹੀ ਰਹੇਗੀ ਨਾ ਐਂਟਰੀ। x ਰਿਟਾਇਰ ਹੋ ਰਿਹਾ, x ਨੂੰ ਪੇ ਕਰਨੇ ਆ, ਔਰ ਕਿਹਨੇ ਪੇ ਕਰਨੇ ਆ? y ਨੇ। ਆਪਾਂ ਕਨਫਿਊਜ਼ ਹੋ ਗਏ। ਸੋ ਇਸ ਚੀਜ਼ ਨੂੰ ਬੱਚੇ ਪ੍ਰੈਕਟੀਕਲੀ ਸਮਝੋ। ਮੈਂ ਇੱਥੇ ਕੈਪੀਟਲ ਅਕਾਊਂਟ ਬਣਾਉਣ ਲੱਗਿਆ। ਸਪੋਜ਼ ਕਰੋ ਆਪਣਾ ਕੈਪੀਟਲ ਅਕਾਊਂਟ ਆ, y ਨੇ ਪੇ ਆਊਟ ਕਰਨਾ y ਦਾ। ਸਮਝਣ ਦੇ ਲਈ ਇਹ ਕੁਝ ਵੀ ਨਵਾਂ ਨਹੀਂਗਾ। ਔਰ ਜੇ ਤੁਸੀਂ ਕੈਪੀਟਲ ਅਕਾਊਂਟ ਬਣਾਉਂਦੇ ਹੋ, ਬੈਲੈਂਸ ਇੱਧਰ ਪਾਉਂਦੇ ਹੋ, ਜਨਰਲ ਰਿਜ਼ਰਵ ਇੱਧਰ ਪਾਉਂਦੇ ਹੋ, ਕੋਈ ਪ੍ਰੋਫਿਟ ਆਇਆ ਤਾਂ ਇੱਧਰ ਪਾਉਂਦੇ ਹੋ। ਕਲੀਅਰ? ਹੋਰ ਵੀ ਕੋਈ ਬੈਨੀਫਿਟ ਹੋਏ ਤਾਂ ਇੱਧਰ ਪਾਉਂਦੇ ਹੋ। ਇੱਧਰ ਕੀ ਪਾਉਂਦੇ ਹੋ? ਕੋਈ ਇੰਟਰਸਟ ਔਨ ਡਰਾਇੰਗਸ ਆ ਜਾਂ ਕੋਈ ਵੀ ਖਰਚੇ ਜਾਂ ਲਾਸ ਹੋ ਗਿਆ ਰੀਵੈਲੂਏਸ਼ਨ ਦੇ ਵਿੱਚ, ਇੱਧਰ ਪਾਉਂਦੇ ਹੋ। ਸੇਮ ਜਿਹੜਾ y ਨੇ x ਨੂੰ ਪੇ ਕਰਨਾ ਉਹ ਇੱਧਰ ਹੀ ਪਊਗਾ ਨਾ, ਕਿਉਂਕਿ ਉਹ ਘਟਣਾ ਵਾ ਨਾ y ਦੇ ਖਾਤੇ ਚ। ਤਾਂ ਸਪੋਜ਼ ਕਰੋ ਹਨਾ, ਇੱਧਰ ਪਊਗਾ ਨਾ, ਮਤਲਬ ਇੱਧਰਲੀ ਸਾਈਡ ਆਊਗਾ x, ਟੂ ਸਾਈਡ ਆਊਗਾ। ਸੋ ਇੱਥੇ ਤੁਸੀਂ ਤੁਹਾਡੀ ਜਨਰਲ ਐਂਟਰੀ ਬਣ ਜੂਗੀ। ਇਹ ਸਿਰਫ ਸਮਝਣ ਦੇ ਲਈ ਸੀਗਾ ਕਿ y ਕੈਪੀਟਲ ਅਕਾਊਂਟ ਆਊਗਾ, ਜਿਹੜੀ ਐਡਜਸਟਮੈਂਟ ਕਰਨੀ ਆ, ਜਿਹੜਾ y ਨੇ ਪੇ ਕਰਨਾ, y's capital account debit to x capital account। ਕਿੰਨਾ ਆ ਜਾਊਗਾ ਬੱਚੇ? 9000 ਰੁਪਇਆ। ਕਲੀਅਰ? ਸੋ ਇਹ ਤਾਂ ਸੀਗੀ ਜਿਹੜੀ ਸੈਕਿੰਡ, ਜਿਹੜੀ ਆਪਾਂ ਨੂੰ ਗੁੱਡਵਿਲ ਆ ਬੱਚੇ ਥੱਲੇ ਦਿੱਤੀ ਹੁੰਦੀ ਆ, ਉਹਦੀ ਸਿਰਫ ਐਡਜਸਟਮੈਂਟ ਐਂਟਰੀ ਪੈਂਦੀ ਆ ਕਿ ਜਿਹੜਾ ਉਹ ਪੇ ਪਰਸਨ ਰਿਟਾਇਰ ਹੋ ਰਿਹਾ ਹੁੰਦਾ ਉਹਨੂੰ ਆਪਾਂ ਪੇਮੈਂਟ ਦੇ ਕੇ ਤੋਰਨਾ ਹੁੰਦਾ। ਔਰ ਦਊਗਾ ਕੌਣ? ਜਿਹਨੂੰ ਗੇਨ ਹੋ ਰਿਹਾ। ਸੋ ਇਹ ਗੇਨ ਸੈਕਰੀਫਾਈਸ ਦੇ ਹਿਸਾਬ ਨਾਲ, ਗੇਨ ਸੈਕਰੀਫਾਈਸ ਦਾ ਇੰਨਾ ਹੀ ਕੰਮ ਆ ਕਿ ਆਪਾਂ ਐਂਟਰੀ ਪਾਉਣੀ। ਕਲੀਅਰ ਬੱਚੋ? ਸੋ ਆ ਐਡਜਸਟਮੈਂਟ ਐਂਟਰੀ ਪਊਗੀ ਆਪਣੀ। 9000 ਰੁਪਇਆ ਜਿਹੜਾ ਰਿਟਾਇਰ ਹੋ ਰਿਹਾ ਉਹਦੀ ਗੁੱਡਵਿਲ ਕੈਲਕੂਲੇਟ ਕਰਾਂਗੇ, ਤੇ ਉਹਦੀ ਗੁੱਡਵਿਲ ਕੌਣ ਪੇ ਕਰੂਗਾ? ਜਿਹੜਾ ਗੇਨ ਕਰ ਰਿਹਾ ਵਾ। ਕਲੀਅਰ? ਸੋ ਐਂਟਰੀ ਕੀ ਹੋਊਗੀ? y's capital account debit to x capital account। ਕਲੀਅਰ ਬੱਚੋ? ਸੋ ਇਹ ਸਮਝ ਲੱਗੀ ਗੱਲ। ਨੈਕਸਟ ਇਹ ਕੌਣ ਦਿੰਦਾ ਹੁੰਦਾ? ਸਿਰਫ ਗੇਨਿੰਗ ਪਾਰਟਨਰ। ਮੈਂ ਇੱਥੇ ਲਿਖ ਦਿੰਦਾ ਸਿਰਫ ਗੇਨਿੰਗ ਪਾਰਟਨਰ ਦਿੰਦਾ ਹੁੰਦਾ। ਤੇ ਆ ਜਿਹੜੀ 올ਡ ਰੇਸ਼ੋ ਸੀਗੀ ਉਹ ਕੀ ਆ? ਜਿਹੜੀ ਗੁੱਡਵਿਲ ਅਪੀਅਰ ਇਨ ਦਾ ਬੁੱਕਸ, ਉਹ ਆਪਾਂ ਸਾਰੇ ਪਾਰਟਨਰਸ ਨੂੰ 올ਡ ਰੇਸ਼ੋ ਚ ਡਿਸਟ੍ਰੀਬਿਊਟ ਕਰ ਦੇਣੇ ਆ। ਕਲੀਅਰ ਬੱਚੋ? ਸੋ ਇਹ ਤਾਂ ਸੀਗਾ ਆਪਣਾ when the goodwill appear in the books of account। ਹੁਣ ਨੈਕਸਟ ਕੀ ਆ? when goodwill not appear in the books of accounts means ਜਦੋਂ ਆਪਾਂ ਨੂੰ ਆ 50000 ਨਹੀਂ ਦਿੱਤਾ ਹੁੰਦਾ, ਸਿਰਫ 45000 ਦਿੱਤਾ ਹੁੰਦਾ, appear in the books of accounts ਵੈਲਿਊ ਨਹੀਂ ਦਿੱਤੀ ਹੁੰਦੀ। ਸੋ ਫਿਰ ਕੀ ਐਡਜਸਟਮੈਂਟਸ ਹੋਣਗੀਆਂ? ਸਿਰਫ ਐਂਟਰੀਆਂ ਤਾਂ ਬੱਚੇ ਆਹੀ ਪੈਣਗੀਆਂ, ਬਟ ਆਪਾਂ ਇੱਕ ਨਵੇਂ ਕੁਐਸਚਨ ਦੇ ਰਾਹੀਂ ਕਰਾਂਗੇ ਜਿੱਥੇ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੂਗਾ। ਕਲੀਅਰ? ਸਮਝਾਂਗੇ। ਹਾਂਜੀ ਬੱਚੇ, ਸੈਕਿੰਡ ਕੇਸ ਨੰਬਰ 2 when goodwill not appear in the books। ਬੱਚੇ ਮੈਂ ਪਹਿਲਾਂ ਕਲੀਅਰ ਕਰਦਾ ਕਿ ਇਹ ਮੈਂ ਲਾਸਟ ਕੁਐਸਚਨ ਦੇ ਵਿੱਚ ਵੀ ਇਹੀ ਜੋ ਆਪਾਂ ਲੈ ਰਹੇ ਸੀ ਉਹਨੂੰ ਕੰਟੀਨਿਊ ਕਰਕੇ ਤੁਹਾਨੂੰ ਈਜ਼ੀਲੀ ਸਮਝਾ ਸਕਦਾ ਸੀ, ਬਟ ਮੈਂ ਇੱਕ ਨਵਾਂ ਕੁਐਸਚਨ ਲਿਆ। ਇਹਦੇ ਵਿੱਚ ਥੋੜਾ ਇੱਕ ਇੰਟਰਸਟਿੰਗ ਪਾਰਟ ਆ, ਇਸ ਕਰਕੇ ਤਾਂ ਕਿ ਤੁਹਾਨੂੰ ਸਿੱਖਣ ਨੂੰ ਮਿਲੇ। ਸੋ ਹੈ ਕਿ ਸੈਕਿੰਡ ਕੇਸ when the goodwill not appear in the books ਮੀਨਸ, ਦੇਖੋ ਜਲਦੀ ਕੁਐਸਚਨ ਪੜੋ। XYZ ਪਾਰਟਨਰਸ ਨੇ ਤਿੰਨ ਦੋ ਇੱਕ ਆ, Z ਆ ਜਿਹੜਾ ਰਿਟਾਇਰ ਹੋ ਰਿਹਾ, ਔਰ Z ਦੇ ਰਿਟਾਇਰ ਹੋਣ ਦੇ ਟਾਈਮ ਦੇਖੋ ਔਨ ਦਾ ਡੇਟ ਆਫ ਰਿਟਾਇਰਮੈਂਟ the goodwill of the firm is ₹30,000 ਤੇ ਨਿਊ ਰੇਸ਼ੋ ਗਿਵਨ ਆ। ਹੁਣ ਜਿਵੇਂ ਇਹ ਡਾਇਰੈਕਟਲੀ ਐਗਜ਼ਾਮਪਲ ਜੇ ਤੁਸੀਂ ਲਾਸਟ ਨਾਲ ਮੈਚ ਕਰੋ ਤਾਂ ਜਿਹੜਾ 45000 ਰੁਪਏ ਦਿੱਤਾ ਹੋਇਆ ਸੀ ਆਪਾਂ ਨੂੰ, ਇਹ ਇੱਥੇ 30,000 ਦਿੱਤਾ ਹੋਇਆ। ਜਿਹੜਾ ਅਪੀਅਰ ਇਨ ਦਾ ਬੁੱਕਸ 50,000 ਸੀ ਉਹ ਨਹੀਂ ਦਿੱਤਾ। ਕਲੀਅਰ? ਸੋ ਐਂਟਰੀ ਤਾਂ ਉਹੀ ਆ। ਪਹਿਲੀ ਗੱਲ ਕਿ ਉਹ ਆਪਾਂ ਕੈਪੀਟਲ ਅਕਾਊਂਟ ਜਿਹਨੂੰ ਜਿਹੜਾ ਗੇਨ ਕਰ ਰਿਹਾ ਉਹ ਆਪਣੇ ਰਿਟਾਇਰਿੰਗ ਪਾਰਟਨਰ ਨੂੰ ਦੇ ਦੂਗਾ, ਬਟ ਇੱਥੇ ਇੱਕ ਸੈਕਰੀਫਾਈਸਿੰਗ ਗੇਨਿੰਗ ਕੈਲਕੂਲੇਟ ਕਰਕੇ ਦੇਖਦਾ ਵੀ ਕਿਹੜਾ ਪਾਰਟਨਰ ਕਿਹਨੂੰ ਦਊਗਾ। ਕਲੀਅਰ ਬੱਚੇ? ਸੋ ਜਲਦੀ ਸੈਕਰੀਫਾਈਸਿੰਗ ਤੇ ਗੇਨਿੰਗ ਕੈਲਕੂਲੇਟ ਕਰੀਏ। ਕਿਹਦਾ ਸੈਕਰੀਫਾਈਸ ਗੇਨਿੰਗ ਕੈਲਕੂਲੇਟ ਕਰਾਂਗੇ? Z ਤਾਂ ਰਿਟਾਇਰ ਹੀ ਹੋ ਰਿਹਾ, ਇੱਕ ਤਾਂ X ਦਾ ਕਰਾਂਗੇ ਔਰ ਇੱਕ Y ਦਾ ਕਰਾਂਗੇ। X ਦੀ 올ਡ ਰੇਸ਼ੋ ਆਪਾਂ ਉਹੀ ਮੈਥਡ ਰੱਖਣਾ ਬੱਚੇ, 올ਡ ਮਾਈਨਸ ਨਿਊ। ਬੁੱਕਸ ਦੇ ਵਿੱਚ ਚੇਂਜਸ ਕੀਤੇ ਹੁੰਦੇ, ਨਿਊ ਮਾਈਨਸ 올ਡ ਕਨਫਿਊਜ਼ ਕਰਨ ਲਈ ਤੁਸੀਂ ਇੱਕੋ ਹੀ ਮੈਥਡ ਰੱਖਣਾ। ਸੋ ਇਹਦੀ ਰੇਸ਼ੋ ਕਿੰਨੀ ਹੈ? 3/3 4 5 6 6 ਤੇ Y ਦੀ ਕਿੰਨੀ ਹੈ? 2/6 ਔਰ ਨਿਊ ਕਿੰਨੀ ਹੈ? 1/3। ਇਹਦੀ ਕਿੰਨੀ ਹੈ? 2/3। ਸੋ ਬੱਚਾ ਇੱਥੇ ਤੁਸੀਂ ਕੈਲਕੂਲੇਟ ਕਰੋਗੇ ਔਰ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿਹਨੂੰ ਸੈਕਰੀਫਾਈਸ ਹੋ ਰਿਹਾ, ਕਿਹਨੂੰ ਗੇਨ ਹੋ ਰਿਹਾ। ਹਾਂਜੀ, ਮੈਂ ਕੈਲਕੂਲੇਟ ਕਰ ਲਈ। X ਦੀ 올ਡ ਮਾਈਨਸ ਨਿਊ ਕੈਲਕੂਲੇਟ ਕੀਤੀ। ਦੇਖੋ 올ਡ ਅੱਗੇ ਆ 3 - 2
6 ओल्ड वड्डी आ न्यू छोटी आ दैट मीनस 1/6 परसन आ जिहड़ा वो की कर रहा बच्चे सैक्रीफाइस और अगेन न्यू आ पिछे ओल्ड माइनस न्यू 4 आ तो -2 दैट मीनस इनू गेन करे हुण ये तो तुहानूं कैलकुलेट आउंदी सी बट तुहानूं इहदे विच नवीं चीज़ की आ नवीं चीज़ ये आ कि एक पार्टनर दे जाण नाल ਹੁਣ ਇੱਕ ਪਾਰਟਨਰ ਜਾ ਰਿਹਾ 3 ਬੰਦੇ ਕੰਮ ਕਰ ਰਹੇ ਸੀ ਤਾਂ ਉਹ ਜਿਹੜਾ ਪਾਰਟਨਰ ਜਾ ਰਿਹਾ ਉਹ ਦੋਨਾਂ ਨੂੰ ਕੁਛ ਨਾ ਕੁਛ ਹਿੱਸਾ ਦੇ ਕੇ ਜਾਊਗਾ ਤਾਂ ਦੋਨਾਂ ਨੂੰ ਤਾਂ ਫਾਇਦਾ ਹੋਣਾ ਚਾਹੀਦਾ ਸੀ। ਇਸ ਕੁਐਸਚਨ ਦੇ ਵਿੱਚ ਬੱਚੇ ਇਦਾਂ ਵੀ ਹੋ ਜਾਂਦਾ ਕਈ ਵਾਰ ਕਿਸੇ ਕੁਐਸਚਨ ਦੇ ਵਿੱਚ ਕਿ ਕਿਸੇ ਪਰਸਨ ਨੂੰ ਨਿਊ ਰੇਸ਼ੋ ਬਣਨ ਦੇ ਨਾਲ ਸੈਕਰੀਫਾਈਸ ਵੀ ਕਰਨਾ ਪੈ ਸਕਦਾ। ਇਹ ਗੱਲ ਯਾਦ ਰੱਖਿਓ। ਆਏ ਨਹੀਂ ਸੋਚਿਓ ਕਿ ਇੱਕ ਰਿਟਾਇਰ ਹੋਣ ਦੇ ਜਾਂ ਡੈਥ ਹੋਣ ਦੇ ਪਾਰਟਨਰ ਨਾਲ ਜਿਹੜਾ ਰਿਮੇਨਿੰਗ ਪਾਰਟਨਰ ਸਾਨੂੰ ਹਮੇਸ਼ਾ ਗੇਨ ਹੀ ਹੁੰਦਾ ਨਹੀਂ। ਸੋ ਇਹ ਚੀਜ਼ ਕੈਲਕੂਲੇਟ ਕਰਨੀ ਹੈ ਕਿ ਕਿਸੇ ਨੂੰ ਸੈਕਰੀਫਾਈਸ ਵੀ ਕਰਨਾ ਪੈ ਸਕਦਾ। ਕਲੀਅਰ ਬੱਚੋ। ਸੋ ਇਹ ਇੱਥੇ ਇਹ ਪੁਆਇੰਟ ਸੀਗਾ ਤਾਂ ਹੀ ਮੈਂ ਇਹ ਕੁਐਸਚਨ ਲਿਆ ਸੀਗਾ ਕਿ ਦੇਖੋ ਇਹਦੇ ਵਿੱਚ ਇੱਕ ਨੂੰ ਸੈਕਰੀਫਾਈਸ ਕਰਨਾ ਪੈ ਰਿਹਾ ਇੱਕ ਨੂੰ ਗੇਨ ਕਰਨਾ ਪੈ ਰਿਹਾ। ਸੋ ਇਹਦੇ ਨਾਲ ਕੀ ਹੈ ਇਹਦੀਆਂ ਐਡਜਸਟਮੈਂਟਸ ਵੀ ਬਦਲ ਜਾਣਗੀਆਂ। ਕਲੀਅਰ ਬੱਚੋ। ਸੈਕਰੀਫਾਈਸ ਗੇਨ ਆਉਣ ਦੇ ਨਾਲ ਦੇਖੋ ਜੇ ਤਾਂ ਦੋਨੇ ਗੇਨ ਹੁੰਦੇ ਫਿਰ ਤਾਂ ਪਾਰਟਨਰਸ ਦੋਨੇ ਚੱਕ ਕੇ ਆਪਾਂ Z ਜਿਹੜਾ ਰਿਟਾਇਰ ਹੋਇਆ ਉਹਨੂੰ ਪੇਮੈਂਟ ਕਰ ਦਿੰਦੇ ਬਟ ਹੁਣ ਇੱਥੇ ਸੈਕਰੀਫਾਈਸ ਉਹ ਇੱਕ ਪਾਰਟਨਰ ਕਰ ਰਿਹਾ ਤਾਂ ਇਹਨਾਂ ਜਿਹੜੀਆਂ ਐਡਜਸਟਮੈਂਟਸ ਆ ਜਿਹੜੀਆਂ ਬਦਲ ਜਾਣਗੀਆਂ। ਆਓ ਦੇਖੋ ਕੀ ਹੁੰਦੀਆਂ ਐਡਜਸਟਮੈਂਟ। ਸਭ ਤੋਂ ਪਹਿਲਾਂ Z ਪਾਰਟਨਰ ਰਿਟਾਇਰ ਹੋ ਰਿਹਾ ਔਨ ਦਾ ਡੇਟ ਆਫ ਰਿਟਾਇਰਮੈਂਟ ਜਿਹੜੀ ਗੁੱਡਵਿਲ ਸੀਗੀ ਉਹ ਕਿੰਨੀ ਹੈ ਉਹ ਹੈਗੀ ਬੱਚੇ 30,000 ਔਰ Z ਨੂੰ ਕਿੰਨਾ ਸ਼ੇਅਰ ਮਿਲਣਾ ਚਾਹੀਦਾ। ਹੁਣ ਇਹ ਜੀ ਸਮਝਣ ਵਾਲੀ ਆ ਜਿਹੜਾ Z ਨੂੰ ਕਿੰਨਾ ਸ਼ੇਅਰ ਮਿਲੂਗਾ ਜਿੰਨਾ ਮਤਲਬ ਇੱਕ ਪਰਸਨ ਗੇਨ ਕਰ ਰਿਹਾ ਹੈ ਨਾ। ਸੋ Z ਨੂੰ ਬੱਚੇ ਕਿੰਨਾ ਸ਼ੇਅਰ ਮਿਲੂਗਾ ਦੇਖੋ ਰਿਟਾਇਰ ਕਿਹੜਾ ਹੋ ਰਿਹਾ Z ਆਪਾਂ ਇੱਥੇ ਲਿਖ ਦਿੰਦੇ ਹਾਂ Z ਨੂੰ ਕਿੰਨਾ ਸ਼ੇਅਰ ਮਿਲੂਗਾ ਇਸ ਗੁੱਡਵਿਲ ਦੇ ਵਿੱਚੋਂ ਜਿਹੜੀ ਰਿਟਾਇਰਮੈਂਟ ਦੇ ਟਾਈਮ ਸੀਗੀ ਜਿੰਨਾ ਕਿ ਬੱਚੇ ਉਹਦਾ ਹਿੱਸਾ ਹੁੰਦਾ ਕਿਹਦੇ ਵਿੱਚ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੇ ਵਿੱਚ ਹਿੱਸਾ ਕਿੰਨਾ ਵਾ 1 ਮਤਲਬ ਇਹਦੀ ਓਲਡ ਜਿਹੜੀ ਰੇਸ਼ੋ ਹੁੰਦੀ ਆ ਉਸ ਹਿਸਾਬ ਨਾਲ ਬੱਚੇ ਮੈਂ ਇੱਥੇ ਲਿਖ ਦਿੰਦਾ ਰੇਸ਼ੋ ਦੇ ਹਿਸਾਬ ਨਾਲ 1/6 1/6 means 5,000 ਕਲੀਅਰ ਬੱਚੇ। Z ਨੂੰ ਕੌਣ ਦਊਗਾ ਜਿਹਨੂੰ ਗੇਨ ਹੋ ਰਿਹਾ ਹੁਣ X ਤਾਂ ਦਊਗਾ ਨਹੀਂ ਉਹ ਤਾਂ ਉਹਦਾ ਪਹਿਲਾਂ ਹੀ ਘਾਟਾ ਪੈ ਗਿਆ Z ਦੇ ਜਾਣ ਨਾਲ ਕਿਉਂਕਿ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੇ ਵਿੱਚ ਉਹਨੂੰ ਲਾਸ ਹੋ ਗਿਆ। ਸੋ ਪੇ ਆਊਟ ਕੌਣ ਕਰੂਗਾ Y ਬੱਚੇ ਸਿਰਫ Z ਨੂੰ ਹੀ ਨਹੀਂ ਦਊਗਾ। ਦੇਖੋ ਮੈਂ ਇੱਕ ਚੀਜ਼ ਕਰਕੇ ਦਿਖਾਉਣਾ Y ਨੂੰ ਗੇਨ ਕਿੰਨਾ ਹੋ ਰਿਹਾ ਆਪਾਂ ਇੱਥੇ ਇੱਕ ਰਫ ਵਰਕ ਕਰ ਜੇ 30,000 ਦੀ ਗੁੱਡਵਿਲ ਸੀ ਤਾਂ ਸਪੋਜ਼ ਕਰੋ Y ਨੂੰ ਕਿੰਨਾ ਹੋ ਗਿਆ ਫਾਇਦਾ 10,000 ਦਾ ਗੇਨ ਹੋ ਰਿਹਾ ਇੱਕ ਤਰੀਕੇ ਨਾਲ। ਹੁਣ ਆਏ ਤਾਂ ਹੈ ਨਹੀਂ ਉਹ ਖੁਸ਼ੀ Z ਨੂੰ 5,000 ਰੁਪਏ ਦੇ ਦੂਗਾ ਤੇ ਲਓ ਜੀ ਮੈਂ ਤਾਂ ਆਪਣੀ ਰਿਸਪੌਂਸਿਬਿਲਿਟੀ ਪੇ ਕਰਤੀ 5,000 ਤਾਂ ਤੁਹਾਨੂੰ ਸਿੱਧਾ ਹੀ ਫਾਇਦਾ ਹੋ ਗਿਆ Z ਦੇ ਜਾਣ ਜਿਹੜਾ ਫਿਊਚਰ 'ਚ ਪ੍ਰੋਫਿਟ ਮਿਲਣਾ ਉਹ ਅਲੱਗ ਪਰ ਜਿਹੜਾ X ਆ ਉਹ ਤਾਂ ਵਿਚਾਰਾ 5,000 ਦੇ ਘਾਟੇ ਚਲਿਆ ਗਿਆ ਨਾ। ਜੇ 1/6 ਕਰੋਗੇ ਆ ਦੇਖੋ 1/6 ਆਪਾਂ ਆਲਰੇਡੀ ਕੀਤਾ ਤਾਂ 5,000 ਘਾਟੇ ਚਲਿਆ ਗਿਆ ਕੌਣ X ਹੈ ਨਾ। ਸੋ ਉਹਨੂੰ ਵੀ ਪੇ ਆਊਟ ਕਰਨਾ ਪੈਣਾ ਇਹ ਗੱਲ ਯਾਦ ਰੱਖਿਓ। ਜਿਹੜਾ ਗੇਨਿੰਗ ਪਾਰਟਨਰ ਆ ਉਹ ਰਿਟਾਇਰਿੰਗ ਪਾਰਟਨਰ ਜਾਂ ਡੈਥ ਆਫ ਦਾ ਪਾਰਟਨਰ ਨੂੰ ਵੀ ਪੇ ਆਊਟ ਕਰੂਗਾ ਜੇ ਉਹਦੇ ਨਾਲ ਕੋਈ ਸੈਕਰੀਫਾਈਸ ਕਰਿਆ ਉਹਨੂੰ ਵੀ ਪੇ ਕਰੂਗਾ। ਕਲੀਅਰ ਬੱਚੋ। ਸੋ ਐਂਟਰੀ ਉਹਦੀ ਸਿੰਪਲ ਹੋਊਗੀ ਜੋ ਆਪਾਂ ਕਰਦੇ ਆਏ ਉਹੀ ਐਂਟਰੀ ਹੈ ਜਸ ਤੁਹਾਨੂੰ ਸਮਝਾਉਣ ਦੇ ਲਈ ਕਿ ਇਦਾਂ ਦਾ ਵੀ ਸੈਕਰੀਫਾਈਸ ਕਰ ਸਕਦਾ ਪਾਰਟਨਰ। ਸੋ ਐਂਟਰੀ ਕੀ ਆਪਾਂ ਲਾਸਟ ਹੁਣੀ ਕਰਕੇ ਹਟੇ ਇਸੇ ਵੀਡੀਓ ਦੇ ਅੰਦਰ ਵਾਈਜ਼ ਕੈਪੀਟਲ ਅਕਾਊਂਟ ਡੈਬਿਟ ਪੇ ਕਿਹਨੇ ਕਰਨਾ Y ਨੇ ਕਿਉਂਕਿ ਫਾਇਦਾ ਕੀ ਹੋਇਆ Y ਨੂੰ ਕਿੰਨੇ ਦਾ ਫਾਇਦਾ ਹੋ ਰਿਹਾ 10,000 ਦਾ ਗੇਨ ਕਰ ਰਿਹਾ ਨਾ ਉਹ 2/6 ਕਿਹਦਾ ਕਰੋਗੇ 30,000 ਗੁੱਡਵਿਲ ਦਾ ਔਰ Z ਨੂੰ ਦੇਣਾ Z ਕੈਪੀਟਲ ਅਕਾਊਂਟ ਕਿੰਨਾ ਪੇ ਆਊਟ ਕਰਨਾ ਜੀ Z ਨੂੰ 5,000 ਰੁਪਇਆ ਔਰ ਹੋਰ ਕੌਣ ਵੈਸੇ ਤਾਂ ਇੰਨੀ ਪੈਣੀ ਸੀ ਐਂਟਰੀ ਕਿਉਂਕਿ ਗੇਨ ਤੇ ਸੈਕਰੀਫਾਈਸ ਮਤਲਬ ਜਿਹੜਾ ਰਿਟਾਇਰ ਹੋ ਰਿਹਾ ਬਟ ਆਪਣਾ ਇੱਕ ਪਾਰਟਨਰ ਵੀ ਸੈਕਰੀਫਾਈਸ ਕਰ ਰਿਹਾ ਸੋ ਇੱਥੇ ਉਹਨੂੰ X ਨੂੰ ਵੀ ਪੇ ਆਊਟ ਕਰਨਾ ਪੈਣਾ ਕਿੰਨਾ ਬੱਚੇ 5,000 ਰੁਪਇਆ ਕਲੀਅਰ। ਸੋ ਇਹ ਤਾਂ ਹੋਗੀ ਤੁਹਾਡੀ ਇੱਕ ਐਂਟਰੀ। ਆਈ ਹੋਪ ਤੁਹਾਨੂੰ ਇਹ ਸਮਝ ਲੱਗ ਗਿਆ ਹੋਊਗਾ ਕਿ ਪਾਰਟਨਰ ਦੇ ਕੋਈ ਰਿਟਾਇਰ ਹੋਣ ਜਾਂ ਡੈਥ ਹੋਣ ਦੇ ਨਾਲ ਵੀ ਕਿਸੇ ਨਾ ਕਿਸੇ ਪਾਰਟਨਰ ਨੂੰ ਸੈਕਰੀਫਾਈਸ ਕਰਨਾ ਪੈ ਸਕਦਾ ਡਿਪੈਂਡ ਕਰਦਾ ਉਹਦੀ ਨਿਊ ਰੇਸ਼ੋ ਦੇ ਉੱਪਰ। ਕਲੀਅਰ। ਸੋ ਹੁਣ ਨੈਕਸਟ ਵੀਡੀਓ ਦੇ ਅੰਦਰ ਆਪਾਂ ਨੈਕਸਟ ਵੀਡੀਓ ਕੀ ਇਸੇ ਦੇ ਅੰਦਰ ਨੈਕਸਟ ਲਾਸਟ ਪਾਰਟ ਕਰਾਂਗੇ ਆਪਾਂ ਹਿਡਨ ਗੁੱਡਵਿਲ ਦਾ ਉਹਨੂੰ ਵੀ ਆਪਾਂ ਜਲਦੀ ਪ੍ਰੈਕਟੀਕਲ ਵੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਬੱਚੇ ਲਾਸਟ ਟॉपिक अपना ट्रीटमेंट ऑफ गुडविल के अंदर की हिडन गुडविल की अंदर रिटायरमेंट एंड डेथमेंट ऑफ द पार्टनर। ठीक है जी। हुण इहदी ट्रीटमेंट की है देखो
हिडन मीनस अपन दस्सिया ही नहीं कि किन्नी बुक्स चा या ਉਹਦੇ ਰਿਟਾਇਰਮੈਂਟ ਹੋਣ ਦੇ ਟਾਈਮ ਕਿੰਨੀ ਆਪਣੀ ਗੁੱਡਵਿਲ ਫਰਮ ਦੀ ਸੀਗੀ। ਸੋ ਇਸ ਤਰ੍ਹਾਂ ਦਾ ਕੁਐਸਚਨ ਹੋਊਗਾ। ਆਪਾਂ ਜਲਦੀ ਜਲਦੀ ਪੜ੍ਹ ਲਈ ਕਿ ਇਹ ਕਿਸ ਤਰੀਕੇ ਨਾਲ ਆਪਾਂ ਨੂੰ ਕੁਐਸਚਨ ਆ ਸਕਦਾ। ABC ਕਹਿੰਦਾ ਤਿੰਨ ਪਾਰਟਨਰ 1 2 3 ਰੇਸ਼ੋ ਆ। C ਰਿਟਾਇਰ ਹੋ ਰਿਹਾ ਤੇ ਇਹਦੀ ਕੈਪੀਟਲ ਆ ਲਾਈਨ ਪੜ੍ਹਨ ਵਾਲੀ ਆ ਬੱਚੇ। His capital after making adjustment for reserve profit on revaluation stands rupees 2,20,000 रुपया। कहता जी आप सारा कुछ कर लिया, रिजर्व बंड ते प्रॉफिट भी कैलकुलेट कर लिया रीवैल्यूएशन का, तो आप जो कैपिटल देखी मतलब थले पार्टनर्स की है ना कैपिटल अकाउंट के विच तां 2,20,000 सीगी, बट ए ते बी एग्री हो गए जी 2,50,000 देने के विच। ए ते बी एग्री हो गए 2,50,000 देने के लिए। क्यों भी वो एक्स्ट्रा क्यों देंगे? ओहो 2,20,000 ਉਹਦੀ ਬਣਦੀ 2,20,000 क्यों नहीं देके ਤੋਰ ਰਹੇ? ਹੁਣ 2,50,000 रुपया क्यों दे रहे हैं? क्योंकि ਇਹਦੇ ਵਿੱਚ ਕੁਝ ਲੁਕਿਆ ਹੋਇਆ। ਉਹ ਕੀ ਆ ਬੱਚੇ ਜੋ ਲੁਕਿਆ ਹੋਇਆ? ਉਹ ਗੁੱਡਵਿਲ ਆ। ਕਲੀਅਰ ਬੱਚੇ? ਆਪਾਂ ਇੱਥੇ ਲਿਖ ਲੈਂਦੇ ਆ ਅਮਾਉਂਟ ਐਗਰੀਡ, ਠੀਕ ਹੈ ਜੀ, ਟੂ ਪੇ ਪੇਡ ਕਿੰਨਾ 2,50,000 रुपया, बट ਉਹਦੀ ਜਿਹੜੀ ਐਕਚੁਅਲ ਕੈਪੀਟਲ ਸੀਗੀ, ਐਕਚੁਅਲ ਕੈਪੀਟਲ आफ्टर ऑल एडजस्टमेंट्स लेस कर देंगे 2,20,000 रुपया। हाँ की आ जो 30,000 रुपया आया, ये क्यों असी फालतू दे रहे हैं? क्योंकि यह गुडविल आ। क्लीयर? यह गुडविल इनू कहते हिडन गुडविल। जो अपन क्लीयर कट ना दी हो अपन कैलकुलेट करनी पवे। सो हुण जो अपन गुडविल मिली गई आ तो अपन जी फ्यूचर रेशो आ 1:3 आ, तो जी ओल्ड रेशो है 1:2:3 दी हुई आ। सो आप सैक्रीफाइजिंग गेनिंग कैलकुलेट कर लांगे। जो तुम सैक्रीफाइज गेनिंग कैलकुलेट करोगे बच्चे, मैं इत्थे डायरैक्टली लिखन लग्या भी ए नू कितना सैक्रीफाइज होगा या बी नू कितना, तुसी ये खुद कैलकुलेट करोगे। हुण ये आप ऑलरेडी इस वीडियो के अंदर 2-3 बार कर चुके हैं। ए नू जिहड़ा गेन होगा 1/12 होगा। क्लीयर बच्चे? और बी नू जिहड़ा गेन होगा वो 5/12 होगा। ये तुसी कैलकुलेट करना सैक्रीफाइस ओल्ड रेशो माइनस न्यू रेशो करके। क्लीयर? मैं तुहानू शॉर्टकट लिखता क्योंकि ऑलरेडी अपनी वीडियो जी बहुत लेंथी हो चुकी है। सो गेनिंग आ गई। सो किहदे ते हुण देखो पार्टनर्स किहड़े ने? पार्टनर एदी जिहड़ी सी दी गुडविल आ कितनी बनी हुई है बच्चे? 30,000 रुपया। ऑलरेडी आपां नूं कैलकुलेट करके आ गया कि 30,000 आपां नूं पे करना वा। सो ए कितना करूगा? ए कितना पे करूगा? 30,000 गुणा 1/12 और बी कितना पे करूगा? 30,000 गुणा 5/12। सो इनू तुसीं जल्दी जल्दी कैलकुलेट करोगे तो ये बन जूगा 5,000 इहदा बन जू और 25,000 रुपया इहदा बन जूगा। क्लीयर बच्चे? आई होप थोनू ये चीज़ समझ लग गई होगी। ये 12 नहीं मीनस तुसी 12 करन दी बजाय सॉरी ये मतलब इन्हां दी दोनों सैक्रीफाइजिंग गेनिंग रेशो बन गई ए ते बी दी 1:5। 1:5 मैं जल्दी च लिख गया। सो 1:5 मीनस 1/6 और 5/6। क्लियर? आ समझ लग गया ना 6 क्यों बनया? 1:5 सीगा 1/6 एंड 5/6। सो आ थोड़ी वैल्यू आ जाएगी। और नैक्सट तुसी नाल ही इहदी एडजस्टमेंट कर दोगे। एडजस्टमेंट एंट्री आउंदी आ, जिन्हां ने देना वो कित्थे आउणगे? उपर ए इज कैपिटल आप ऑलरेडी बहुत किया है एंड बी इज कैपिटल किनू पे आउट कर रहा? टू वाई नू सॉरी सी नू, टू सी इज कैपिटल। क्लीयर? 5,000 25,000 ते 30,000 रुपये। क्लीयर बच्चे? आई होप थोनू ये चीज समझ लग गई होगी। ये सीगा अपना टॉपिक ट्रीटमेंट ऑफ गुडविल। बच्चे वो सेम नहीं गा जे तुम सोचो कि एडमिशन वाले नाल तो मिलता ही है, कुछ ना कुछ चेंजिस जरूर होंगे हर एक चैप्टर के नाल। क्लीयर? सो इस चीज़ को ध्यान ना समझियो और इस नाल दे प्रैक्टिकल क्वेश्चंस सॉल्व आउट करने की कोशिश करियो। आई होप थोनू ये चीज़ समझ लग गई होगी। क्लीयर? थैंक यू बच्चे, गॉड ब्लेस यू ऑल।